ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਅਗਲੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ 5ਵੇਂ ਸਮੈਸਟਰ ਦੀ ਪਾਠ ਪੁਸਤਕ ਮੱਧਕਾਲੀ ਪੰਜਾਬੀ ਕਾਵਿ ਸੁਰ। ਇਸ ਵਿੱਚ ਦਰਜ ਅਗਲੇ ਕਵੀ ਹੈਗੇ ਨੇ ਸਾਡੇ ਕਾਦਰੀਆ। ਉਹਨਾਂ ਦੀ ਜੋ ਲਿਖਿਆ ਹੈ ਉਹਨਾਂ ਨੇ ਕਿੱਸਾ ਵੈਸੇ ਪੂਰਨ ਭਗਤ, ਉਸਦਾ ਇਹ ਭਾਗ ਹੈ ਅਗਲਾ। ਤਾਂ ਇਹਦੇ ਬਾਰੇ ਆਪਾਂ ਨੇ ਪ੍ਰਸੰਗ ਦੱਸ ਕੇ ਵਿਆਖਿਆ ਅਤੇ ਕੇਂਦਰੀ ਭਾਵ ਆਪਾਂ ਨੇ ਸੋਲਵ ਕਰਨੇ ਹੈਗੇ ਨੇ। ਇਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਆਪਾਂ ਥੋੜ੍ਹਾ ਜਿਹਾ ਲੇਖਕ ਬਾਰੇ ਜਾਣ ਲਈਏ, ਕਵੀ ਬਾਰੇ ਜਾਣ ਲਈਏ। ਤਾਂ ਕਾਦਰੀਆਰ ਦਾ ਜਨਮ ਪਿੰਡ ਮਾਛੀਕੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਹੋਇਆ ਅਤੇ ਉਹ ਜਾਤ ਦਾ ਸੰਧੂ ਜੱਟ ਸੀਗਾ ਅਤੇ ਜਨਮ ਦੀ ਤਰੀਕ ਦਾ ਕੋਈ ਠੀਕ ਪਤਾ ਨਹੀਂ। ਅਤੇ ਉਸਨੇ ਆਪਣੀ ਰਚਨਾ ਮਿਰਾਜਨਾਮਾ 1829 ਈਸਵੀ ਦੇ ਵਿੱਚ ਲਿਖੀ ਸੀ ਅਤੇ ਉਦੋਂ ਉਹ ਨੌਜਵਾਨ ਸੀਗਾ। ਅਤੇ ਇਸ ਰਚਨਾ ਦੀ ਮਿਤੀ ਦੇ ਅਨੁਸਾਰ ਅਸੀਂ ਇਹ ਮੰਨ ਸਕਦੇ ਹੈਗੇ ਹਾਂ ਕਿ ਉਸਦਾ ਜਨਮ 1805 ਦੇ ਨੇੜੇ ਤੇੜੇ ਹੋਇਆ ਹੋਵੇਗਾ। ਉਸਨੂੰ ਖਾਲਸਾ ਦਰਬਾਰ ਅਤੇ ਸਿੱਖ ਸਰਦਾਰਾਂ ਦੀ ਸਰਪ੍ਰਸਤੀ ਪ੍ਰਾਪਤ ਸੀ। 1850 ਵਿੱਚ ਉਸਦਾ ਦੇਹਾਂਤ ਹੋ ਗਿਆ ਅਤੇ ਪੂਰਨ ਭਗਤ ਦਾ ਕਿੱਸਾ ਲਿਖਣ ਬਦਲੇ ਉਸਨੂੰ ਇੱਕ ਖੂਹ ਦੀ ਜ਼ਮੀਨ ਇਨਾਮ ਵਜੋਂ ਮਿਲੀ ਸੀਗੀ। ਅਤੇ ਉਹ ਆਪ ਲਿਖਦਾ ਹੈਗਾ ਕਿ ਪੂਰਨ ਭਗਤ ਦੀ ਗੱਲ ਸੁਣਾਏ ਕਿ ਜੀ ਇੱਕ ਖੂਹ ਇਨਾਮ ਲਿਖਾਇਆ ਹੈ। ਤਾਂ ਉਹਨਾਂ ਨੇ ਜਿਹੜੀਆਂ ਹੋਰ ਰਚਨਾਵਾਂ ਲਿਖੀਆਂ ਨੇ ਸੋਹਣੀ ਮਹੀਵਾਲ, ਪੂਰਨ ਭਗਤ, ਰਾਜਾ ਰਸਾਲੂ, ਪੂਰਨ ਭਗਤ ਦੀ ਵਾਰ, ਹਰੀ ਸਿੰਘ ਨਲੂਆ, ਮਿਰਾਜਨਾਮਾ ਅਤੇ ਰੋਜ਼ਨਾਮਾ। ਕਵਿਤਾ ਦੇ ਪੱਖ ਤੋਂ ਸੋਹਣੀ ਮਹੀਵਾਲ ਉਸਦੀ ਵਧੀਆ ਰਚਨਾ ਹੈਗੀ ਆ ਅਤੇ ਇਹ ਹਾਸ਼ਮ ਨਾਲੋਂ ਵੀ ਵਧੇਰੇ ਮਾਂਝੀ ਅਤੇ ਸੰਭਾਰੀ ਰਚਨਾ ਹੈਗੀ ਆ। ਅਤੇ ਪੂਰਨ ਭਗਤ ਅਤੇ ਰਾਜਾ ਰਸਾਲੂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਾਦਰਯਾਰ ਨੇ ਹੀ ਲਿਖੇ। ਉਹ ਭਾਵੇਂ ਬਹੁਤਾ ਵਿਦਵਾਨ ਨਹੀਂ ਸੀ, ਉਸਨੇ ਆਪਣੀ ਕਵਿਤਾ ਦੇ ਵਿੱਚ ਅਰਬੀ ਫਾਰਸੀ ਦੇ ਬਹੁਤੇ ਸ਼ਬਦ ਵਰਤੇ ਨੇ ਅਤੇ ਕਈ ਵਾਰ ਉਹਨਾਂ ਦੇ ਰੂਪ ਵੀ ਉਸ ਕੋਲੋਂ ਵਿਗੜ ਜਾਂਦੇ ਨੇ। ਅਤੇ ਉਸ ਦੀ ਰਚਨਾ ਸੋਹਣੀ ਮਹੀਵਾਲ ਅਤੇ ਮਿਰਾਜਨਾਮਾ ਦੇ ਵਿੱਚ ਅਸ਼ੁੱਧੀਆਂ ਘੱਟ ਨੇ ਅਤੇ ਉਸ ਦੇ ਕਿੱਸਿਆਂ ਦੇ ਵਿੱਚ ਯਥਾਰਥ ਦੀ ਘਾਟ ਦਾ ਕਾਰਨ ਉਸ ਸਮੇਂ ਦੀ ਰੁਚੀ ਹੈਗੀ ਆ। ਅਤੇ ਹੁਣ ਆਪਾਂ ਦੇਖਦੇ ਹੈਗੇ ਹਾਂ ਕਿ ਉਹਨਾਂ ਨੇ ਜੋ ਜੋ ਕਿੱਸਾ ਲਿਖਿਆ ਹੈ ਪੂਰਨ ਭਗਤ ਦਾ, ਉਹਦੇ ਵਿੱਚ ਜਿਹੜਾ ਹੈ ਉਹ ਕੀ ਕਹਿੰਦਾ ਹੈਗਾ। ਮਤਲਬ ਸਭ ਤੋਂ ਪਹਿਲਾਂ ਸਾਨੂੰ ਥੋੜ੍ਹੀ ਜਿਹੀ ਕਹਾਣੀ ਦਾ ਪਤਾ ਹੋਣਾ ਚਾਹੀਦਾ ਹੈਗਾ ਵੀ ਪੂਰਨ ਭਗਤ ਦੀ ਕਹਾਣੀ ਕੀ ਸੀਗੀ। ਰਾਜਾ ਸਲਵਾਨ ਜੋ ਕਿ ਸਿਆਲਕੋਟ ਦਾ ਇੱਕ ਰਾਜਾ ਸੀਗਾ ਅਤੇ ਉਸਦੀ ਰਾਣੀ ਦਾ ਨਾਂ ਸੀ ਇੱਛਰਾਂ। ਅਤੇ ਉਹਨਾਂ ਦੇ ਘਰ ਜਿਹੜਾ ਹੈ ਕਾਫੀ ਦੇਰ ਉਹਨਾਂ ਦੇ ਵਿਆਹ ਤੋਂ ਬਾਅਦ ਬੱਚਾ ਨਹੀਂ ਹੋਇਆ ਹੈਗਾ ਅਤੇ ਫਿਰ ਉਹ ਬਹੁਤ ਹੀ ਮਿੰਨਤਾਂ ਤਰਲੇ ਸੁੱਖਾਂ ਸੁੱਖ ਕੇ ਉਹਨਾਂ ਦੇ ਘਰ ਫਿਰ ਪੂਰਨ ਭਗਤ ਦਾ ਜਨਮ ਹੁੰਦਾ ਹੈਗਾ। ਅਤੇ ਜਿਉਂ ਹੀ ਉਸਦਾ ਜਨਮ ਹੁੰਦਾ ਹੈ ਬੱਚੇ ਦਾ ਤਾਂ ਉਹਨਾਂ ਨੇ ਜਿਹੜਾ ਹੈ ਨਜ਼ੂਮੀਆਂ ਨੂੰ ਬੁਲਾਇਆ, ਜੋਤਸ਼ੀਆਂ ਨੂੰ। ਤਾਂ ਉਹਨਾਂ ਨੇ ਦੱਸਿਆ ਜੋਤਸ਼ੀਆਂ ਨੇ ਕਿ ਜੇਕਰ ਇਹ ਬੱਚਾ ਆਪਣੇ ਪਿਤਾ ਦਾ ਮੂੰਹ 12 ਸਾਲ ਨਾ ਦੇਖੇ ਤਾਂ ਇਹ ਬੜਾ ਹੀ ਪ੍ਰਤਾਪੀ ਰਾਜਾ ਹੋ ਸਕਦਾ ਹੈ। ਤਾਂ ਫਿਰ ਇਸ ਅਨੁਸਾਰ 12 ਸਾਲ ਲਈ ਪੂਰਨ ਨੂੰ ਭੋਰੇ ਵਿੱਚ ਪਾ ਦਿੱਤਾ ਗਿਆ। ਭੋਰੇ ਵਿੱਚ ਨਿਕਲਣ ਤੋਂ ਬਾਅਦ ਉਹ 12 ਸਾਲ ਤੋਂ ਬਾਅਦ ਬਾਹਰ ਆਇਆ ਅਤੇ ਉਹ ਆਪਣੀ ਮਾਂ ਇੱਛਰਾਂ ਨੂੰ ਮਿਲਣ ਗਿਆ। ਉਸ ਤੋਂ ਬਾਅਦ ਆਪਣੀ ਛੋਟੀ ਮਾਂ ਲੂਣਾ ਜੋ ਕਿ ਉਮਰ ਦੇ ਵਿੱਚ ਬਹੁਤੀ ਵੱਡੀ ਨਹੀਂ ਸੀ, ਮਤਲਬ 13-14 ਸਾਲ ਦੀ ਮੰਨ ਸਕਦੇ ਹੈਗੇ ਹਾਂ। ਅਤੇ ਜਦ ਕਿ ਜਿਹੜਾ ਰਾਜਾ ਸਲਵਾਨ ਹੈ ਉਹ ਬੁੱਢਾ ਹੋ ਚੱਲਿਆ ਸੀਗਾ ਅਤੇ ਉਹ ਰਾਣੀ ਲੂਣਾ ਪੂਰਨ ਭਗਤ ਨੂੰ ਦੇਖ ਕੇ ਜਿਹੜਾ ਹੈ ਉਸਦਾ ਇਮਾਨ ਡੋਲ ਜਾਂਦਾ ਹੈ ਅਤੇ ਉਹ ਪੂਰਨ ਨੂੰ ਜਿਹੜਾ ਹੈ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਅਤੇ ਪੂਰਨ ਕਿਉਂਕਿ ਸਦਾਚਾਰਕ ਪਾਤਰ ਵਜੋਂ ਇਸ ਕਿੱਸੇ ਦੇ ਵਿੱਚ ਉੱਭਰਿਆ ਹੈਗਾ ਤਾਂ ਉਹ ਉਸ ਦੀ ਗੱਲ ਨਹੀਂ ਮੰਨਦਾ ਅਤੇ ਫਿਰ ਗੁੱਸੇ ਹੋ ਵਿੱਚ ਆ ਕੇ ਲੂਣਾ ਉਸ 'ਤੇ ਤੁਹਮਤ ਲਾਉਂਦੀ ਹੈਗੀ ਆ। ਅਤੇ ਇਸ ਤਰ੍ਹਾਂ ਫਿਰ ਰਾਜੇ ਨੂੰ ਜਿਹੜਾ ਹੈ ਉਹ ਚਲਿੱਤਰ ਕਰਕੇ ਦਿਖਾਉਂਦੀ ਹੈਗੀ ਆ ਕਿ ਪੂਰਨ ਨੇ ਜਿਹੜਾ ਹੈ ਮਾਂ ਪੁੱਤਰ ਦੇ ਰਿਸ਼ਤੇ ਦੀ ਮਰਿਆਦਾ ਨੂੰ ਭੁਲਾ ਦਿੱਤਾ ਹੈ। ਅਤੇ ਉਹ ਆਪਣੇ ਜਿਹੜਾ ਹੈ ਹਰਮੇਲਾ ਤੋੜ ਦਿੰਦੀ ਹੈ, ਬਾਲ ਖਿਲਾਰ ਲੈਂਦੀ ਹੈ, ਜਿਸ ਨੂੰ ਵੇਖ ਕੇ ਰਾਜਾ ਸੱਚਮੁੱਚ ਹੀ ਉਸਦੀ ਗੱਲ ਮੰਨ ਲੈਂਦਾ ਹੈ। ਅਤੇ ਫਿਰ ਗੁੱਸੇ ਵਿੱਚ ਆ ਕੇ ਉਹ ਪੂਰਨ ਭਗਤ ਨੂੰ ਜਿਹੜਾ ਹੈ ਸਜ਼ਾ ਦਿੰਦਾ ਹੈ ਅਤੇ ਜਲਾਦਾਂ ਨੂੰ ਕਹਿੰਦਾ ਹੈ ਵੀ ਉਹਦੇ ਹੱਥ ਪੈਰ ਵੱਢ ਕੇ ਉਹਨੂੰ ਜਿਹੜਾ ਹੈ ਸਹਿਕਾ ਕੇ ਮਾਰ ਦਿਓ। ਅਤੇ ਉਸ ਸਮੇਂ ਦਾ ਵਰਣਨ ਜਿਹੜਾ ਹੈ ਇਸ
ਆਪਣਾ ਜੋ ਆਪਣੇ ਸਿਲੇਬਸ ਦੇ ਵਿੱਚ ਹੈ ਇਸ ਦੇ ਵਿੱਚ ਵਰਣਨ ਹੈਗਾ ਵੀ ਜਦੋਂ ਜਿਹੜਾ ਹੈ ਪੂਰਨ ਨੂੰ ਸਜ਼ਾ ਮਿਲ ਜਾਂਦੀ ਹੈ, ਸਜ਼ਾ ਦਾ ਐਲਾਨ ਹੁੰਦਾ ਹੈਗਾ, ਤਾਂ ਫਿਰ ਇੱਛਰਾਂ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਫਿਰ ਉਹਦੀ ਕੀ ਅਵਸਥਾ ਹੁੰਦੀ ਹੈ ਅਤੇ ਉਹ ਰਾਜੇ ਦੇ ਨਾਲ ਕੀ ਕੀ ਗੱਲਬਾਤ ਕਰਦੀ ਹੈਗੀ ਆ ਆਪਣੇ ਜੋ ਸਿਲੇਬਸ ਦੇ ਵਿੱਚ ਹੈਗਾ। ਖੇ ਖਬਰ ਹੋਈ ਰਾਣੀ ਇੱਛਰਾਂ ਨੂੰ, ਜਿਸ ਜਾਇਆ ਪੂਰਨ ਪੁੱਤ ਸਾਈ। ਕਵੀ ਕਹਿੰਦਾ ਹੈਗਾ ਕਿ ਜਦੋਂ ਰਾਣੀ ਇੱਛਰਾਂ, ਜਿਸ ਨੇ ਪੂਰਨ ਭਗਤ ਨੂੰ ਜਨਮ ਦਿੱਤਾ ਸੀ, ਜਾਇਆ ਜਨਮ ਦਿੱਤਾ, ਪੂਰਨ ਭਗਤ ਨੂੰ ਜਨਮ ਦਿੱਤਾ ਸੀ, ਉਸ ਨੂੰ ਜਦੋਂ ਪਤਾ ਲੱਗਿਆ, ਚੂੜਾ ਭੰਨ ਤੇ ਤੋੜ ਹਮੇਲ ਬੀੜੇ, ਵਾਲ ਪੁੱਟ ਰਾਣੀ ਸਿਰ ਖਾਕ ਪਾਈ। ਖਾਕ ਹੁੰਦੀ ਹੈ ਮਿੱਟੀ, ਹਮੇਲ ਗਲੇ ਵਿੱਚ ਪਹਿਨਣ ਵਾਲੇ ਗਹਿਣੇ, ਬੀੜੇ ਹੁੰਦੇ ਨੇ ਜਿਹੜੇ ਕਮੀਜ਼ਾਂ ਨੂੰ ਬਟਨ ਨਹੀਂ ਲਗਾਏ ਹੁੰਦੇ, ਮਤਲਬ ਉਹਨੂੰ ਸ਼ਿੰਗਾਰਨ ਵਾਸਤੇ, ਤਾਂ ਉਹਨੂੰ ਬੀੜੇ ਕਿਹਾ ਜਾਂਦਾ ਹੈਗਾ। ਤਾਂ ਉਸਨੇ ਫਿਰ ਰਾਣੀ ਇੱਛਰਾਂ ਨੇ ਬੜਾ ਹੀ ਦੁੱਖ ਦੇ ਵਿੱਚ ਆ ਕੇ ਆਪਣੇ ਚੂੜੀਆਂ ਭੰਨ ਦਿੱਤੀਆਂ, ਆਪਣੇ ਗਲੇ ਦੇ ਹਾਰ ਹਮੇਲਾਂ ਤੋੜ ਦਿੱਤੀਆਂ ਅਤੇ ਬੀੜੇ ਵੀ ਤੋੜ ਦਿੱਤੇ, ਅਤੇ ਉਹ ਆਪਣੇ ਵਾਲ ਪੁੱਟ ਪੁੱਟ ਕੇ ਸਿਰ ਦੇ ਵਿੱਚ ਉਹ ਮਿੱਟੀ ਪਾਉਣ ਲੱਗੀ, ਮਤਲਬ ਅਥਾਹ ਦੁੱਖ ਦੇ ਵਿੱਚ। ਮੰਦਾ ਘਾਓ ਪਿਆਰਿਆਂ ਪੁੱਤਰਾਂ ਦਾ, ਰਾਣੀ ਭੱਜ ਕੇ ਰਾਜੇ ਦੇ ਪਾਸ ਆਈ। ਘਾਓ ਹੁੰਦਾ ਜ਼ਖਮ, ਪਰ ਇੱਥੇ ਕੀ ਹੈ ਵੀ ਬਹੁਤ ਹੀ ਦੁੱਖ ਹੈ। ਆਪਣੇ ਪਿਆਰੇ ਪੁੱਤਰਾਂ ਦਾ ਅਜਿਹਾ ਹਾਲ, ਅਜਿਹੀ ਗੱਲ ਸੁਣ ਕੇ, ਉਹਦੇ ਬਾਰੇ ਅਜਿਹੀ ਗੱਲ ਸੁਣ ਕੇ ਫਿਰ ਮਾਂ ਤੋਂ ਜਿਹੜਾ ਸਹਿਣ ਨਹੀਂ ਕਰ ਸਕਦੀ, ਅਤੇ ਉਹ ਰਾਣੀ ਹੈ ਦੁੱਖ ਦੇ ਵਿੱਚ ਭੱਜ ਕੇ ਰਾਜੇ ਦੇ ਕੋਲ ਆਉਂਦੀ ਹੈ। ਕਾਦਰ ਯਾਰ ਖਲੋਏ ਪੁਕਾਰ ਕਰਦੀ, ਇਹਦੇ ਨਾਲ ਕੀ ਰਾਜੇ ਵੈਰ ਸਾਈ। ਕਾਦਰ ਯਾਰ ਕਹਿੰਦਾ ਹੈ ਵੀ ਉਹ ਰਾਜੇ ਦੇ ਕੋਲ ਜਾਂਦੀ ਹੈ ਅਤੇ ਉਹਨੂੰ ਪੁੱਛਦੀ ਹੈ ਵੀ ਇਸ ਤੇਰਾ ਆਪਣੇ ਪੁੱਤਰ ਦੇ ਨਾਲ ਕੀ ਵੈਰ ਪੈ ਗਿਆ, ਤੂੰ ਉਸਨੂੰ ਐਡੀ ਵੱਡੀ ਸਜ਼ਾ ਦਿੱਤੀ ਹੈਗੀ, ਅਤੇ ਉਹ ਇਸਦਾ ਕਾਰਨ ਪੁੱਛਦੀ ਹੈਗੀ। ਭਾਵ ਉਹ ਉਹਦੇ ਲਈ ਫਰਿਆਦ ਕਰਦੀ ਹੈ ਵੀ ਆਪਣੇ ਪੁੱਤਰ ਨੂੰ ਐਡਾ ਵੱਡੀ ਸਜ਼ਾ ਨਾ ਦੇ। ਦਾਲ ਦੇਖ ਰਾਣੀ ਕਹੇ ਆਪ ਰਾਜਾ, ਇਹਦੇ ਨਾਲ ਗਵਾਊਂਗਾ ਮਾਰ ਤੈਨੂੰ। ਉਹਦੀ ਗੱਲ ਸੁਣ ਕੇ ਰਾਜਾ ਹੋਰ ਗੁੱਸੇ 'ਚ ਆ ਜਾਂਦਾ ਹੈਗਾ, ਅਤੇ ਉਸਨੂੰ ਲੱਗਦਾ ਹੈ ਵੀ ਉਹ ਪੂਰਨ ਦੀ ਜਿਹੜੀ ਹੈ ਗਲਤ ਸ਼ਹਿ ਦੇ ਰਹੀ ਹੈ, ਭਾਵ ਉਸਦਾ ਜਿਹੜਾ ਗਲਤ ਸਾਥ ਦੇ ਰਹੀ ਹੈ। ਉਹਨੂੰ ਲੱਗਦਾ ਸੀ ਵੀ ਜਿਹੜਾ ਪੂਰਨ ਹੈ ਬਹੁਤ ਗਲਤ ਹੈ, ਉਸਨੇ ਬਹੁਤ ਗਲਤ ਕੀਤਾ ਹੈਗਾ, ਅਤੇ ਫਿਰ ਉਹਨੂੰ ਹੋਰ ਗੁੱਸਾ ਆ ਜਾਂਦਾ ਵੀ ਰਾਣੀ ਜਦੋਂ ਉਹਦਾ ਪੱਖ ਲੈਂਦੀ ਹੈਗੀ ਹੈ। ਅਤੇ ਫਿਰ ਕੀ ਕਹਿੰਦਾ ਹੈਗਾ ਕਿ ਤੂੰ ਸਮਝ ਲੈ, ਵਿਚਾਰ ਲੈ, ਇਹਦੇ ਨਾਲ ਗਵਾਊਂਗਾ ਮਾਰ ਤੈਨੂੰ, ਮੈਂ ਇਸ ਦੇ ਨਾਲ ਨਾਲ ਤੈਨੂੰ ਵੀ ਮਰਵਾ ਦੇਵਾਂਗਾ ਜੇਕਰ ਤੂੰ ਉਸਦਾ ਪੱਖ ਲੈਣ ਤੋਂ ਨਾ ਹਟੀ। ਕਹੇ ਵਾਰ ਬਤਕਾਰ ਨੂੰ ਜੰਮਿਆ ਸੀ, ਜਿਸ ਜੰਮਦਿਆਂ ਲਾਈ ਦਾਗ ਮੈਨੂੰ। ਅਤੇ ਫਿਰ ਉਹ ਗੁੱਸੇ ਵਿੱਚ ਆ ਕੇ ਕਹਿੰਦਾ ਹੈ, ਬਦਕਾਰ ਦਾ ਤਾਂ ਬਦ ਚੱਲਣ, ਤੂੰ ਇਹ ਕਿਹੋ ਜਿਹਾ ਬਦ ਚੱਲਣ ਪੁੱਤਰ ਜੰਮਿਆ ਹੈਗਾ, ਜਿਸ ਨੇ ਜੰਮਦਿਆਂ ਹੀ ਮੈਨੂੰ ਵੀ ਐਡਾ ਵੱਡਾ ਦਾਗ ਲਾ ਦਿੱਤਾ ਹੈ, ਵੀ ਮੈਨੂੰ ਵੀ ਲੋਕ ਕਹਿਣਗੇ ਵੀ ਕਿਹੋ ਜਿਹੇ ਪੁੱਤ ਦਾ ਪਿਓ ਆ ਇਹ। ਅਤੇ ਜਿਸ ਵਿੱਚ ਹਿਓ ਨਾ ਸ਼ਰਮ ਹੋਵੇ, ਐਸੇ ਪੁੱਤਰ ਨਾ ਜੰਮਦੇ ਨਿੱਜ ਕੈਨੂੰ। ਅਤੇ ਉਹ ਕੀ ਕਹਿੰਦਾ ਹੈਗਾ ਕਿ ਜਿਸ ਪੁੱਤਰ ਦੇ ਵਿੱਚ ਸ਼ਰਮ ਅਤੇ ਹਯਾ ਨਾ ਹੋਵੇ, ਲਿਹਾਜ਼ ਨਾ ਹੋਵੇ, ਸ਼ਰਮ ਨਾ ਹੋਵੇ, ਵੀ ਜਿਹੜਾ ਆਪਣੀ ਮਾਂ ਨੂੰ ਵੀ ਇਸ ਤਰ੍ਹਾਂ ਕਹਿ ਸਕਦਾ ਹੋਵੇ, ਤਾਂ ਅਜਿਹੇ ਪੁੱਤਰ ਦਾ ਜਨਮ ਵੀ ਕਿਉਂ ਜੰਮਣਾ ਸੀ। ਅਜਿਹੇ ਪੁੱਤਰ ਨੂੰ, ਅਜਿਹਾ ਪੁੱਤਰ ਨਾ ਹੀ ਹੋਵੇ ਤਾਂ ਚੰਗਾ ਹੈ, ਜਿਸ ਨੂੰ ਜਿਹੜਾ ਹੈ ਕੋਈ ਮਰਿਆਦਾ ਦਾ ਪਤਾ ਹੀ ਨਹੀਂ ਹੈ। ਕਾਦਰ ਯਾਰ ਕਹਿੰਦਾ ਸਲਵਾਨ ਰਾਜਾ ਤਦ ਵਸਦਾ ਜੇ ਤੁਸੀਂ ਬਰੋਏ ਨੂੰ। ਕਾਦਰ ਯਾਰ ਜਿਹੜਾ ਕਹਿੰਦਾ ਹੈ ਵੀ ਸਲਵਾਨ ਰਾਜਾ ਜਿਹੜਾ ਹੈ ਕਹਿੰਦਾ ਹੈ ਵੀ ਜੇਕਰ ਉਹ ਮਹਿਲ ਵਿੱਚ ਨਾ ਹੀ ਵਸੇ ਤਾਂ ਉਹ ਚੰਗੀ ਗੱਲ ਹੈਗੀ ਹੈ। ਜੇ ਜ਼ੋਰ ਨਾ ਡਾਢੇ ਦੇ ਨਾਲ ਕੋਈ ਪਕੜ ਬੇਗੁਨਾਹ ਮੰਗਾਇਆ ਮੈਂ। ਅਤੇ ਹੁਣ ਅਗਲੇ ਪਹਿਰੇ ਦੇ ਵਿੱਚ ਪੂਰਨ ਭਗਤ ਕਹਿ ਰਿਹਾ ਹੈਗਾ ਆਪਣੀ ਕਿਸਮਤ ਬਾਰੇ, ਆਪਣੀ ਜੋ ਕਰਮ ਉਹਦੇ ਨਾਲ ਹੋਰ ਵਾਪਰ ਰਿਹਾ ਸੀ ਉਹਦੇ ਬਾਰੇ ਕਹਿ ਰਿਹਾ ਹੈਗਾ ਕਿ ਜੇ ਜ਼ੋਰ ਨਾਲ ਡਾਢੇ ਦੇ ਨਾਲ, ਡਾਢਾ ਹੁੰਦਾ ਵੀ ਤਾਕਤਵਰ, ਜਿਹੜਾ ਸਾਡੇ ਨਾਲੋਂ ਵੱਧ ਸ਼ਕਤੀਵਾਨ ਹੋਵੇ। ਅਤੇ ਇੱਥੇ ਕੌਣ ਸੀਗਾ ਡਾਢੇ ਦਾ ਮਤਲਬ ਕੀ ਹੈ, ਉਸਦਾ ਪਿਤਾ ਸਲਵਾਨ ਵੀ ਕਹਿੰਦਾ ਹੈਗਾ ਵੀ ਮੇਰਾ ਆਪਣੇ ਜਿਹੜਾ ਹੈ ਤਾਕਤਵਰ ਪਿਤਾ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲਦਾ। ਜ਼ੋਰ ਭਾਵ ਪੇਸ਼, ਬੇਵਸ ਹਾਂ ਮੈਂ ਉਸਦੇ ਸਾਹਮਣੇ, ਵੀ ਉਸਦੀ ਮਰਜ਼ੀ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਚੱਲਦੀ। ਪਕੜ ਬੇਗੁਨਾਹ ਮੰਗਾਇਆ ਮੈਂ। ਅਤੇ ਉਹ ਕੀ ਕਹਿੰਦਾ ਹੈਗਾ ਵੀ ਮੈਂ ਬੇਗੁਨਾਹ ਹੈਗਾ, ਪਰ ਮੈਨੂੰ ਜਿਹੜਾ ਹੈ ਗੁਨਾਹਗਾਰ ਸਮਝ ਕੇ ਮੈਨੂੰ ਜਿਹੜਾ ਹੈ ਬੁਲਾ ਲਿਆ ਗਿਆ ਹੈ। ਕਹਿਨੂੰ ਖੋਲ੍ਹ ਕੇ ਦੱਸਾਂ ਦਿਲ ਦਾ, ਕਹਿਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ, ਵੀ ਉਹ ਕਹਿੰਦਾ ਵੀ ਮੈਂ ਕਿਸ ਨੂੰ ਖੋਲ੍ਹ ਆਪਣੇ ਦਿਲ ਦਾ ਹਾਲ ਦੱਸ ਸਕਦਾ ਹੈਗਾ, ਵੀ ਮੈਂ ਸੱਚੀ ਗੱਲ ਜਿਹੜਾ ਹੈ ਕਿਸ ਨੂੰ ਦੱਸਾਂ ਕਿ ਜਿਹੜਾ ਹੈ ਅਸਲੀਅਤ ਕੀ ਹੈ, ਉਹਨੂੰ ਸਮਝ ਨਹੀਂ ਆਉਂਦੀ ਵੀ ਕਿ ਉਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ ਜਿਹੜਾ ਘਾਤ ਗੁਨਾਹ ਕਰਾਇਆ ਮੈਂ। ਘਾਤ ਕੀ ਹੁੰਦਾ ਵੀ ਇੱਥੇ
ਵੀ ਮੈਂ ਕਿਹੜਾ ਵੱਡਾ ਗੁਨਾਹ ਕਰ ਲਿਆ, ਵੀ ਮੈਂ ਉਹਦੇ ਬਾਰੇ ਕਿਹੜੀ ਗੱਲ ਕਿਹਨੂੰ ਖੋਲ੍ਹ ਕੇ ਦੱਸਾਂ, ਵੀ ਕਿਹਨੂੰ ਜਾ ਕੇ ਦੱਸਾਂ ਵੀ ਇਹ ਅਸਲੀਅਤ ਨਹੀਂ ਹੈਗੀ। ਆਪਣੇ ਆਪ ਦੀ ਬੇਗੁਨਾਹੀ ਦੀ ਗੱਲ ਕਿਸ ਦੇ ਨਾਲ ਜਾ ਕੇ ਦੱਸਾਂ, ਉਹਨੂੰ ਸਮਝ ਨਹੀਂ ਲੱਗਦੀ ਹੈਗੀ। ਤਾਂ ਇਸ ਲਈ ਉਹ ਕਹਿੰਦਾ ਹੈਗਾ ਵੀ ਮੇਰਾ ਤਾਂ ਜਿਹੜਾ ਹੈ ਇਸ ਡਾਢੇ ਪਿਤਾ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਮੈਂ ਆਪਣੀ ਬੇਗੁਨਾਹੀ ਦਾ ਸਬੂਤ ਕਿਸ ਅੱਗੇ ਦੇ ਸਕਦਾ ਹੈਗਾ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ। ਅਤੇ ਉਹ ਕਹਿੰਦਾ ਹੈਗਾ ਵੀ ਮੈਂ ਕਿਸ ਦੇ ਨਾਲ ਗੱਲ ਕਰਾਂ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਨਹੀਂ, ਮੈਂ ਤਾਂ ਝੂਰਨਾ ਆਪਣੇ ਤਾਲਿਆਂ ਨੂੰ ਇਹ ਕਰਮ ਨਸੀਬ ਲਿਖਾਇਆ। ਮੈਂ ਝੂਰਨਾ ਹੁੰਦਾ ਹੈ ਪਛਤਾਉਣਾ, ਵੀ ਮੈਨੂੰ ਤਾਂ ਸਮਝ ਨਹੀਂ ਲੱਗਦੀ। ਤਾਲਿਆਂ ਦਾ ਅਰਥ ਵੈਸੇ ਤਾਲੇ ਹੁੰਦੇ ਨੇ ਲੋਕ, ਜਿੰਦਰਾ ਵੀ ਕਹਿ ਸਕਦੇ ਹੈਗੇ ਆ, ਪਰ ਇੱਥੇ ਕੀ ਹੈ, ਤਾਲੇ ਦਾ ਮਤਲਬ ਕਿਸਮਤ ਜਾਂ ਆਪਣਾ ਨਸੀਬ, ਕਰਮ। ਵੀ ਮੈਂ ਤਾਂ ਆਪਣੀ ਕਿਸਮਤ ਨੂੰ ਪਛਤਾਉਣਾ ਹਾਂ, ਵੀ ਆਪਣੀ ਕਿਸਮਤ ਤੈਨੂੰ ਦੇਖ ਦੇਖ ਕੇ ਪਛਤਾ ਰਿਹਾ ਹੈਗਾ ਕਿ ਝੂਰਦਾ ਹਾਂ। ਇਹੋ ਕਰਮ ਨਸੀਬ ਲਿਖਾਵਾਂ, ਵੀ ਮੈਂ ਕਿਹੋ ਜਿਹੇ ਕਰਮ ਆਪਣੀ ਕਿਸਮਤ ਦੇ ਵਿੱਚ ਲਿਖਾ ਕੇ ਲਿਆਇਆ ਹੈਗਾ। ਕਾਦਰਯਾਰ ਕਹਿੰਦਾ ਪੂਰਨ ਭਗਤ ਉੱਥੇ ਹੁਣ ਰਾਜੇ ਨੇ ਚੋਰ ਬਣਾਇਆ ਮੈਂ। ਅਤੇ ਕਾਦਰਯਾਰ ਕਹਿੰਦਾ ਹੈ ਵੀ ਪੂਰਨ ਭਗਤ ਹੈਰਾਨ ਹੈ, ਪਰੇਸ਼ਾਨ ਹੈ ਕਿ ਉਸਨੇ ਉਸਦੇ ਪਿਤਾ ਨੇ ਜੋ ਰਾਜਾ ਹੈ ਉਸਨੇ ਉਸਨੂੰ ਹੀ ਚੋਰ ਬਣਾ ਕੇ, ਗੁਨਾਹਗਾਰ ਬਣਾ ਕੇ ਪੇਸ਼ ਕਰ ਦਿੱਤਾ ਹੈ, ਵੀ ਉਹ ਉਸ ਦੀ ਸਫਾਈ ਦੇ ਵਿੱਚ ਕੋਈ ਗੱਲ ਨਹੀਂ ਸੁਣ ਰਿਹਾ ਅਤੇ ਉਸ ਨੂੰ ਗੁਨਾਹਗਾਰ ਵਜੋਂ ਸਜ਼ਾ ਦੇਣ ਦੇ ਲਈ ਤਿਆਰ ਹੈ। ਸੀਨ ਸਮਝ ਰਾਜਾ ਬੁੱਧ ਹਾਰ ਨਹੀਂ, ਕਹਿੰਦੀ ਇੱਛਰਾਂ ਵਾਸਤਾ ਪਾਏ ਕੇ ਜੀ। ਫਿਰ ਹੁਣ ਰਾਣੀ ਇੱਛਰਾਂ ਉਹ ਦੁੱਖ ਵਿੱਚ ਹੈ, ਉਸਨੂੰ ਬਹੁਤ ਦੁੱਖ ਹੈ ਵੀ ਉਸਦੇ ਪੁੱਤਰ ਨੂੰ ਬੇਗੁਨਾਹ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਹਨੂੰ ਸਮਝਦੀ ਹੈਗੀ ਵੀ ਇਹ ਮਤਲਬ ਮੇਰਾ ਪੁੱਤਰ ਤਾਂ ਅਜਿਹਾ ਕਰ ਨਹੀਂ ਸਕਦਾ ਹੈਗਾ। ਅਤੇ ਉਹ ਜਿਹੜਾ ਹੈ ਰਾਜੇ ਅੱਗੇ ਮਿੰਨਤਾਂ ਤਰਲੇ ਕਰਦੀ ਹੈ, ਫਰਿਆਦ ਪੇਸ਼ ਕਰਦੀ ਹੈ ਅਤੇ ਉਹਨੂੰ ਕੀ ਸਮਝਾਉਂਦੀ ਹੈ, ਸੀਨ ਸਮਝ ਰਾਜਾ ਬੁੱਧ ਹਾਰ ਨਹੀਂ, ਵੀ ਇਹ ਰਾਜਾ ਜੀ ਤੁਸੀਂ ਜਿਹੜਾ ਹੈ ਸਮਝ ਤੋਂ ਕੰਮ ਲਵੋ, ਆਪਣੀ ਬੁੱਧੀ ਨੂੰ ਹਾਰੋ ਨਾ, ਆਪਣੀ ਸਮਝ ਜਿਹੜੀ ਹੈਗਾ ਉਸ ਨੂੰ ਖਤਮ ਨਾ ਕਰੋ, ਉਸ ਤੋਂ ਬੇਸਮਝ ਨਾ ਹੋਵੋ। ਕਹਿੰਦੀ ਇੱਛਰਾਂ ਵਾਸਤਾ ਪਾਏ ਜੀ, ਇੱਛਰਾਂ ਰਾਣੀ ਵਾਸਤੇ ਪਾਉਂਦੀ ਹੈ। ਅੰਬ ਵੱਢ ਕੇ ਅੱਕ ਨੂੰ ਵਾੜ ਦੇਵੇਂ, ਪਛਤਾਉਂਗਾ ਵਕਤ ਵਿਆਹ ਕੇ ਜੀ। ਹੁਣ ਅੰਬ ਕੀ ਹੁੰਦਾ ਹੈ, ਇੱਕ ਅਜਿਹਾ ਦਰਖਤ ਜਿਸ ਨੂੰ ਫਲ ਲੱਗਦੇ ਨੇ, ਅਤੇ ਅੱਕ ਜਿਸ ਦਾ ਕੋਈ ਅਸੀਂ ਜਿਹਨੂੰ ਅਸੀਂ ਇੱਕ ਨਦੀਮ ਦੇ ਤਰ੍ਹਾਂ ਦੀ ਵਰਤ ਕਹਿ ਸਕਦੇ ਹੈਗੇ ਹਾਂ, ਵੀ ਉਹਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਹੈਗਾ। ਅਤੇ ਕਹਿੰਦਾ ਵੀ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੈਗੇ ਹੋ, ਪੂਰਨ ਭਗਤ ਨੂੰ ਐਡੀ ਵੱਡੀ ਸਜ਼ਾ ਦੇ ਰਹੇ ਹੈਗੇ ਹੋ, ਤਾਂ ਇਹ ਕਿਸ ਵਾਂਗ ਹੈਗੀ ਆ, ਵੀ ਇਹਦਾ ਜਿਹੜਾ ਹੈ ਜਿਵੇਂ ਕੋਈ ਵਿਅਕਤੀ ਜਿਹੜਾ ਹੈ ਅੰਬ ਨੂੰ ਵੱਢ ਦੇਵੇ, ਅੰਬ ਦੇ ਦਰਖਤਾਂ ਨੂੰ ਵੱਢ ਦੇਵੇ ਅਤੇ ਫਿਰ ਅੱਕਾਂ ਨੂੰ ਉਹਦੀ ਵਾੜ ਕਰੇ, ਇਹ ਤੁਸੀਂ ਜੋ ਕੰਮ ਕਰ ਰਹੇ ਹੋ ਉਹ ਬਿਲਕੁਲ ਇਹਦੇ ਬਰਾਬਰ ਹੈਗਾ। ਭਾਵ ਤੁਸੀਂ ਜਿਹੜਾ ਹੈ ਰਾਣੀ ਲੂਣਾ, ਉਹ ਇਸ ਸਮੇਂ ਅੱਕ ਵਰਗਾ ਜਿਹੜਾ ਉਹਦਾ ਕਿਰਦਾਰ ਹੈ, ਅਤੇ ਤੁਸੀਂ ਪੂਰਨ ਜੋ ਕਿ ਅੰਬ ਵਰਗਾ ਹੈ, ਫਲਦਾਰ ਰੁੱਖ ਹੈ, ਉਸ ਨੂੰ ਵੱਢ ਰਹੇ ਹੈਗੇ ਹੋ ਅਤੇ ਅੱਕ ਨੂੰ ਵਾੜ ਕਰ ਰਹੇ ਹੈਗੇ ਹੋ। ਇਹ ਬਹੁਤ ਹੀ ਗਲਤ ਗੱਲ ਹੈਗੀ ਆ। ਪਛਤਾਏਂਗਾ ਵਕਤ ਵਿਹਾਇ ਕੇ, ਵਿਹਾਇ ਕੇ ਹੁੰਦਾ ਜਦ ਲੰਘ ਜਾਣ, ਵੀ ਇਹ ਰਾਜਾ ਤੂੰ ਜਿਹੜਾ ਹੈ ਸਮਾਂ ਲੰਘ ਜਾਣ 'ਤੇ ਫਿਰ ਜਿਹੜਾ ਹੈ ਜ਼ਰੂਰ ਪਛਤਾਏਂਗਾ। ਬੂਟਾ ਆਪਣਾ ਆਪ ਪਟਵਾਉਣ ਲੱਗੋਂ, ਜੜ੍ਹਾਂ ਮੁੱਢੋਂ ਤਾਂ ਹੀ ਉਹ ਕਰਾਏ ਕੇ ਜੀ। ਤਾਂ ਉਹ ਕੀ ਕਹਿੰਦਾ ਹੈ ਵੀ ਇਸ ਸਮੇਂ ਰਾਜਾ ਸਲਵਾਨ ਨੂੰ ਸਮਝਾਉਂਦੀ ਹੈਗੀ ਹੈ ਵੀ ਤੂੰ ਆਪਣੇ ਘਰ ਦਾ ਬੂਟਾ ਭਾਵ ਵਾਰਸ, ਵੀ ਆਪਣੇ ਘਰ ਦਾ ਜੋ ਬੂਟਾ ਆਪਾਂ ਲਾਇਆ ਹੈ, ਮਸਾਂ ਲੱਗਿਆ ਹੈ ਆਪਣੇ ਘਰ ਦੇ ਵਿੱਚ, ਮਸਾਂ ਪੁੱਤਰ ਦਾ ਜਨਮ ਹੋਇਆ, ਤੁਸੀਂ ਆਪ ਹੀ ਵੱਟਣ ਲੱਗੇ ਹੋ। ਜੜ੍ਹਾਂ ਮੁੱਢ ਥਾਂਇਓ ਕਰਾਏਗੀ, ਵੀ ਜਿਹੜੀਆਂ ਜੜ੍ਹਾਂ ਨੇ ਆਪਣੀਆਂ ਤੁਸੀਂ ਆਪੇ ਹੀ ਪੱਟ ਰਹੇ ਹੈਗੇ ਹੋ, ਆਪੇ ਹੀ ਜਿਹੜਾ ਹੈ ਆਪਣਾ ਘਰ ਦੇ ਵਾਰਸ ਨੂੰ ਆਪਣੇ ਆਪ ਹੀ ਖਤਮ ਕਰਨ ਲੱਗੇ ਹੈਗੇ। ਇਹ ਕਿੱਡੀ ਮਾੜੀ ਗੱਲ ਹੈਗੀ ਆ। ਅਤੇ ਇਸ ਤੋਂ ਇਲਾਵਾ ਉਹ ਕੀ ਕਹਿੰਦੀ ਹੈਗੀ ਆ, ਕਾਦਰ ਯਾਰ ਜੇ ਪੂਰਨ ਨੂੰ ਮਾਰਿਆ ਹੋਈ, ਬਾਪੂ ਕੌਣ ਬੁਲਾਏਗਾ ਆਏ ਕੇ ਜੀ। ਇਸ ਤੋਂ ਇਲਾਵਾ ਉਹ ਫਿਰ ਰਾਜੇ ਸਲਵਾਨ ਨੂੰ ਥੋੜ੍ਹਾ ਜਿਹਾ ਭਾਵੁਕ ਵੀ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਆ। ਕਹਿੰਦੀ ਹੈਗੀ ਆ ਵੀ ਉਹਦੀ ਜਿਹੜੀ ਹੈਗੀ ਆ ਅੰਦਰੋਂ ਮਮਤਾ ਜਗਾਉਣ ਲਈ ਵੀ ਕਹਿੰਦੀ ਹੈਗੀ ਆ ਵੀ ਜੇਕਰ ਪੂਰਨ ਮਰ ਗਿਆ, ਤੁਸੀਂ ਮਰਵਾ ਦਿੱਤਾ, ਤਾਂ ਤੈਨੂੰ ਪਿਤਾ ਕੌਣ ਕਹੂਗਾ ਆ ਕੇ, ਵੀ ਪਿਤਾ ਦਾ ਕਹਿਣ ਵਾਲਾ ਕੋਈ ਹੈ ਨਹੀਂ। ਆਪਣੇ ਤਾਂ ਮਸਾਂ ਪੁੱਤਰ ਲਿਆ ਸੀਗਾ, ਅਤੇ ਉਹ ਉਸ ਨੂੰ ਇਸ ਤਰ੍ਹਾਂ ਉਹ ਵਾਸਤੇ ਪਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਅਤੇ ਕਹਿੰਦੀ ਹੈਗੀ ਹੈ ਵੀ ਜੇਕਰ ਪੂਰਨ ਮਰ ਗਿਆ ਫਿਰ ਤੁਹਾਨੂੰ ਪਿਤਾ ਕੌਣ ਕਹੇਗਾ ਕਿ ਸ਼ੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ। ਪਰ ਇਹ ਗੱਲਾਂ ਸੁਣ ਕੇ ਵੀ ਜਿਹੜਾ ਹੈ ਰਾਜੇ ਦੀ ਜਿਹੜੀ ਹੈ ਮਨ ਦੀ ਜਿਹੜੀ ਸਖਤੀ ਸੀਗੀ, ਹੁਣ ਸ਼ਕਲ ਵੈਸੇ ਤਾਂ ਹੁੰਦੀ ਹੈ ਕਿਸੇ ਦੀ, ਆਪਾਂ ਕਹਿੰਦੇ ਚਿਹਰਾ ਹੈ ਨਾ, ਪਰ ਇੱਥੇ ਸ਼ਕਲ ਤੋਂ ਭਾਵ ਕੀ ਹੈ ਵੀ ਰਾਜ ਦਿਲ ਉਹਦਾ ਹੈ ਨਾ। ਵੀ ਇਹ ਗੱਲਾਂ ਸੁਣ ਕੇ ਮਤਲਬ ਪੁਕਾਰ ਸੁਣ ਕੇ, ਵਾਸਤੇ ਸੁਣ ਕੇ, ਮਿੰਨਤਾਂ ਤਰਲੇ ਸੁਣ ਕੇ ਵੀ
ਜਿਹੜਾ ਹੈ ਰਾਜੇ ਦਾ ਮਨ ਨਰਮ ਨਾ ਹੋਇਆ, ਉਹਦੀ ਸਖਤੀ, ਉਹਦਾ ਗੁੱਸਾ ਘੱਟ ਨਾ ਹੋਇਆ। ਕਹਿਰਵਾਨ ਹੋ ਕੇ ਕਹਿੰਦਾ ਨਾਲ ਗੁੱਸੇ, ਅਤੇ ਹੋਰ ਵੀ ਉਹਨੂੰ ਗੁੱਸਾ ਚੜ੍ਹ ਗਿਆ। ਗੁੱਸੇ ਦੇ ਨਾਲ ਉਹ ਜਿਹੜਾ ਹੈ ਕਹਿਣ ਲੱਗਿਆ, ਬਾਹਰ ਜਾਏ ਕਿ ਚੀਰੋ ਹਲਾਲ ਖੋਰੋ, ਛੰਨੇ ਰੱਤ ਪਾਵੋ ਜਿਹੜੀ ਵਿੱਚ ਜੁੱਸੇ। ਹਲਾਲ ਖੋਰੋ ਦਾ ਮਤਲਬ ਇੱਥੇ ਜਲਾਦਾਂ ਨੂੰ ਕਿਹਾ ਗਿਆ, ਭਾਵ ਜਿਹੜੇ ਲੋਕ ਦੂਜੇ ਨੂੰ ਵੱਢਦੇ ਹੈਗੇ ਨੇ, ਵੀ ਇਹ ਜਲਾਦੋ, ਇਹਨੂੰ ਲਿਜਾਓ ਬਾਹਰ ਅਤੇ ਇਹਨੂੰ ਚੀਰ ਦਿਓ, ਵੱਢ ਦਿਓ। ਅਤੇ ਰੱਤ ਹੁੰਦਾ ਖੂਨ, ਜੁੱਸਾ ਹੈਗਾ ਸਰੀਰ, ਅਤੇ ਇਹਦੇ ਸਰੀਰ ਵਿੱਚ ਜਿੰਨਾ ਖੂਨ ਹੈ ਉਸ ਨੂੰ ਇੱਕ ਛੰਨੇ ਵਿੱਚ ਭਰ ਲਵੋ। ਕਹਿਣ ਦਾ ਭਾਵ ਕੀ ਹੈ, ਉਹ ਬੜੇ ਬੇਦਰਦੀ ਦੇ ਨਾਲ ਆਪਣੇ ਪੁੱਤਰ ਬਾਰੇ ਅਜਿਹੇ ਸ਼ਬਦ, ਅਜਿਹੇ ਜਿਹੜੇ ਹੈਗੇ ਨੇ ਹੁਕਮ ਦੇ ਰਿਹਾ ਸੀ ਜਲਾਦਾਂ ਨੂੰ ਕਿ ਇਸ ਨੂੰ ਵੱਢ ਦਿਓ, ਉਸਦੇ ਸਰੀਰ ਦੀ ਰੱਤ ਛੰਨੇ ਵਿੱਚ ਪਾ ਲਵੋ। ਇਹਦੇ ਹੱਥ ਸਹਿਕਾ ਕੇ ਵੱਢਿਓ ਜੇ, ਵਾਂਗ ਵੱਕਰੇ ਇਹਦੀ ਜਾਨ ਕੁੱਸੇ। ਇਸ ਤੋਂ ਇਲਾਵਾ ਉਹਨੂੰ ਕੀ ਕਹਿੰਦਾ ਹੈਗਾ ਕਿ ਇਸ ਦੇ ਹੱਥ ਨੇ, ਇਸ ਨੂੰ ਸਹਿਕਾ ਕੇ ਤਰਸਾ ਕੇ ਹੱਥਾਂ ਨੂੰ ਵੱਢਿਓ ਇਹਦਿਆਂ ਨੂੰ, ਅਤੇ ਤਾਂ ਕਿ ਇਸ ਦੀ ਜਿਹੜੀ ਜਾਨ ਹੈ ਇਹ ਇੱਕ ਬੱਕਰੇ ਵਾਂਗ ਨਿਕਲੇ, ਜਿਸ ਨੂੰ ਹਲਾਲ ਕਰਦੇ ਨੇ ਕਸਾਈ, ਸਹਿਕਾ ਕੇ ਉਹਦੀ ਜਾਨ ਕੱਢਦੇ ਨੇ। ਇਹਨੂੰ ਵੀ ਉਸੇ ਤਰ੍ਹਾਂ ਸਹਿਕਾ ਕੇ ਇਸਦੇ ਹੱਥਾਂ ਨੂੰ ਵੱਢਿਓ। ਕਾਦਰ ਜਾਇ ਜਾਂ ਰਾਜੇ ਦਾ ਹੁਕਮ ਹੋਇਆ, ਪਕੜ ਲਿਆ ਜਲਾਦਾਂ ਨੇ ਵਕਤ ਉਸੇ। ਅਤੇ ਇਸ ਤਰ੍ਹਾਂ ਜਿਹੜਾ ਹੈ ਲੇਖਕ ਕਹਿੰਦਾ ਹੈਗਾ ਵੀ ਫਿਰ ਜਲਾਦ ਤਾਂ ਵਿਚਾਰੇ ਹੁਕਮ ਦੇ ਵੱਜੇ ਨੇ, ਹੈ ਨਾ, ਜਦੋਂ ਰਾਜੇ ਦਾ ਹੁਕਮ ਹੋ ਗਿਆ ਅਤੇ ਫਿਰ ਉਹਨਾਂ ਨੇ ਪੂਰਨ ਨੂੰ ਉਸੇ ਵਕਤ ਪਕੜ ਲਿਆ ਅਤੇ ਉਹਨੂੰ ਬਾਹਰ ਲੈ ਗਏ। ਸਵਾਦ ਸਾਹਿਬ ਤੋਂ ਲਿਖਿਆ ਲੇਖ ਇਵੇਂ, ਪੂਰਨ ਭਗਤ ਨੂੰ ਲੈ ਜਲਾਦ ਚੱਲੇ, ਗਲੀ ਕੂਚਿਆਂ ਸ਼ਹਿਰ ਹੜਤਾਲ ਹੋਈ, ਪਾਸ ਰੋਣ ਦੀਵਾਨ ਬਾਜ਼ਾਰ ਖੱਲੇ। ਹੁਣ ਸਵਾਦ ਸਾਹਿਬ ਦਾ ਮਤਲਬ ਇੱਥੇ ਕੀ ਹੈ, ਵੀ ਉਸ ਪਰਮਾਤਮਾ ਦੇ ਤੋਂ ਹੀ, ਦੇ ਘਰ ਤੋਂ ਹੀ ਇਹ ਲੇਖ, ਇਹ ਜਿਹੜਾ ਕਰਮ ਹੈ ਇਵੇਂ ਦੇ ਲਿਖੇ ਹੋਏ ਸੀਗੇ। ਇਸ ਕਰਕੇ ਪੂਰਨ ਭਗਤ ਨੂੰ ਜਲਾਦ ਲੈ ਚੱਲੇ ਸੀਗੇ। ਅਤੇ ਫਿਰ ਇਹ ਗੱਲ ਸੁਣ ਕੇ ਸਾਰੇ ਲੋਕ ਬੜੇ ਹੀ ਦੁਖੀ ਸਨ, ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਵੀ ਪੂਰਨ ਤਾਂ ਹੁਣੇ ਭੋਰੇ 'ਚੋਂ ਨਿਕਲਿਆ, ਉਹ ਐਡੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ। ਜਾਂ ਫਿਰ ਇਹ ਸਮਝਦੇ ਨੇ ਵੀ ਇੱਕ ਬੱਚਾ 12 ਸਾਲ ਦਾ ਬੱਚਾ ਹੀ ਹੁੰਦਾ ਨਾ, ਉਹ ਵੱਡਾ ਤਾਂ ਹੁੰਦਾ ਨਹੀਂ, ਵੀ ਉਹ ਇੱਕ 12 ਸਾਲ ਦੇ ਬੱਚੇ ਨੂੰ ਜਦੋਂ ਕੋਈ ਕਹਿ ਦੇਵੇ ਵੀ ਭਾਈ ਇਹਨੂੰ ਉਹ ਕਰ ਦਿਓ, ਹੈ ਨਾ, ਮਾਰ ਦਿਓ, ਤਾਂ ਫਿਰ ਕੋਈ ਬੰਦਾ, ਜਿਹੜਾ ਹਰੇਕ ਬੰਦੇ ਨੂੰ ਦੁੱਖ ਲੱਗਦਾ ਹੈ ਨਾ ਇਸ ਗੱਲ ਦਾ। ਤਾਂ ਫਿਰ ਜਦੋਂ ਜਿਹੜਾ ਹੈਗਾ ਪੂਰਨ ਭਗਤ ਨੂੰ ਜਲਾਦ ਲੈ ਕੇ ਚਲੇ ਗਏ, ਤਾਂ ਫਿਰ ਇਹ ਗੱਲ ਸੁਣ ਕੇ ਸਾਰੇ ਸ਼ਹਿਰ ਦੇ ਗਲੀ ਕੂਚਿਆਂ ਦੇ ਵਿੱਚ, ਗਲੀਆਂ ਦੇ ਵਿੱਚ ਲੋਕਾਂ ਨੇ ਆਪਣਾ ਕੰਮਕਾਰ ਛੱਡ ਦਿੱਤਾ। ਹੜਤਾਲ ਹੋ ਗਈ, ਭਾਵ ਆਪਣਾ ਕੰਮਕਾਰ ਛੱਡ ਕੇ ਦੁਖੀ ਹੋ ਕੇ ਬੈਠ ਗਏ। ਪਾਸ ਰੋਣ ਵਜ਼ੀਰ ਦੀਵਾਨ ਖੱਲੇ ਹੁੰਦਾ ਖੜ੍ਹੇ, ਅਤੇ ਦੀਵਾਨ ਅਤੇ ਵਜ਼ੀਰ ਵੀ ਜਿਹੜੇ ਹੈਗੇ ਨੇ ਉੱਥੇ ਦਰਬਾਰ ਵਿੱਚ ਖੜ੍ਹ ਕੇ ਰੋਣ ਲੱਗ ਪਏ, ਭਾਵ ਬੜੇ ਹੀ ਦੁਖੀ ਹੋ ਗਏ। ਤਦੋਂ ਗਾਸ਼ਾਈ ਰਾਣੀ ਇੱਛਰਾਂ ਨੂੰ ਜਾਨ ਨਿਕਲ ਨਾ ਜਾਂਦੀ ਹੈ ਕਿਸੇ ਗੱਲੇ, ਕਾਦਰ 11ਵੀਆਂ ਮਾਵਾਂ ਪੁੱਤਰਾਂ ਨੂੰ ਲੂਣਾ ਮਾਰਿਆ ਕੁਫਰ ਦੇ ਝਾੜ ਪੱਲੇ। ਅਤੇ ਇਸ ਤੋਂ ਬਾਅਦ ਜਦੋਂ ਜਿਹੜਾ ਹੈਗੇ ਨੇ ਜਲਾਦ ਪੂਰਨ ਨੂੰ ਲੈ ਗਏ ਮਾਰਨ ਵਾਸਤੇ, ਤਾਂ ਉਦੋਂ ਫਿਰ ਜਦੋਂ ਰਾਣੀ ਇੱਛਰਾਂ ਨੇ ਵੇਖਿਆ ਵੀ ਉਹਦੀ ਗੱਲ ਕੋਈ ਸੁਣੀ ਨਹੀਂ ਗਈ, ਹੁਣ ਉਹਦਾ ਪੁੱਤਰ ਨਹੀਂ ਬਚੇਗਾ, ਤਾਂ ਫਿਰ ਰਾਣੀ ਇੱਛਰਾਂ ਬੇਹੋਸ਼ ਹੋ ਕੇ ਗਿਰ ਜਾਂਦੀ ਹੈ, ਉਸ ਨੂੰ ਗਸ਼ੀ ਪੈ ਜਾਂਦੀ ਹੈ ਦੁੱਖ ਦੇ ਨਾਲ, ਅਤੇ ਉਸ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ਹੈਗੀ ਆ, ਭਾਵ ਇੱਕ ਤਰ੍ਹਾਂ ਉਹ ਮਰਨ ਵਾਲੀ ਹੋ ਜਾਂਦੀ ਹੈਗੀ ਆ। ਕਾਦਰ 11ਵੀਆਂ ਮਾਵਾਂ ਪੁੱਤਰਾਂ ਨੂੰ ਲੂਣਾ ਮਾਰਿਆ ਕੁਫਰ ਦੇ ਝਾੜ ਪੱਲੇ। ਅਤੇ ਕਾਦਰ 11 ਕਹਿੰਦਾ ਹੈ, ਇਸ ਤਰ੍ਹਾਂ ਮਾਂ ਅਤੇ ਪੁੱਤਰ, ਭਾਵ ਇੱਛਰਾਂ ਅਤੇ ਪੂਰਨ ਦੋਹਾਂ ਨੂੰ ਲੂਣਾ ਦੇ ਝੂਠ, ਕੁਫਰ ਦਾ ਝੂਠ, ਲੂਣਾ ਦੇ ਕੁਫਰ ਨੇ ਜਿਹੜਾ ਹੈ ਆਪਣੀ ਜਿਹੜੀ ਸਕੀਮ ਦੇ ਨਾਲ ਦੋਨਾਂ ਮਾਂ ਪੁੱਤਰਾਂ ਨੂੰ ਹੀ ਮਾਰਨ ਦੇ ਕਿਨਾਰੇ, ਭਾਵ ਮਾਰਨ ਦੇ ਲਈ ਸਕੀਮ ਉਹਦੀ ਪੂਰੀ ਹੋ ਗਈ ਸੀਗੀ, ਉਹ ਆਪਣੀ ਸਕੀਮ ਦੇ ਵਿੱਚ ਕਾਮਯਾਬ ਹੋ ਗਈ ਸੀਗੀ। ਤਾਂ ਇਹ ਤਾਂ ਸੀਗਾ ਪਹਿਲਾ ਭਾਗ ਇਸ ਦਾ, ਜੋ ਹੈ ਇੱਛਰਾਂ ਅਤੇ ਸਲਵਾਨ ਦੀ ਵਾਰਤਾਲਾਪ। ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਵਾਚਣੇ ਹੈਗੇ ਨੇ। ਤਾਂ ਇੱਛਰਾਂ ਅਤੇ ਸਲਵਾਨ ਦੀ ਵਾਰਤਾਲਾਪ ਕਵਿਤਾ ਦਾ ਵਿਸ਼ਾ ਵਸਤੂ ਥੀਮ ਲਿਖੋ। ਇੱਛਰਾਂ ਅਤੇ ਸਲਵਾਨ ਦੀ ਵਾਰਤਾਲਾਪ ਕਾਦਰ 11 ਦੇ ਕਿੱਸੇ ਪੂਰਨ ਭਗਤ ਦੇ ਵਿੱਚੋਂ ਲਿਆ ਗਿਆ ਹੈ। ਇੱਕ ਭਾਗ ਹੈ, ਮਤਲਬ ਇਹ ਆਪਾਂ ਦੇਖਦੇ ਹੈਗੇ ਵੀ ਇਹ ਪੂਰਾ ਕਿੱਸਾ ਵੈਸੇ 10ਵੀਂ ਦੇ ਵਿੱਚ ਵੀ ਹੁੰਦਾ ਸਿਲੇਬਸ ਦੇ ਵਿੱਚ, ਅਤੇ ਹੁਣ ਵੀ ਹੈਗਾ, ਪਰ ਇਹ ਪੂਰਾ ਭਾਗ ਨਹੀਂ ਹੁੰਦਾ, ਕਿਤੇ ਕਿਤੇ ਆਪਾਂ ਨੂੰ ਟੁਕੜਿਆਂ ਦੇ ਵਿੱਚ ਆਪਾਂ ਨੂੰ ਇਹ ਪੜ੍ਹਨ ਦੇ ਲਈ ਸਿਰਫ ਇਹ ਕਿੱਸਾ ਕਾਵਿ ਦਾ ਜਿਹੜਾ ਰੂਪ ਦਿਖਾਉਣ ਵਾਸਤੇ ਸਾਨੂੰ ਜਿਹੜਾ ਹੈ ਇਹ ਸਾਡੇ ਸਿਲੇਬਸ ਵਿੱਚ ਦਰਜ ਹੁੰਦਾ ਹੈ। 10ਵੀਂ ਦੇ ਵਿੱਚ ਵੀ ਹੈਗਾ ਹੈ, ਵੈਸੇ ਉਹਦੇ ਕੁਝ ਭਾਗ ਹੋਰ ਨੇ, ਤੁਹਾਡੇ ਕੁਝ ਭਾਗ ਹੋਰ ਹੈਗੇ ਨੇ। ਅਤੇ ਇਹਦੇ ਵਿੱਚ ਜਿਹੜਾ ਹੈ ਦੱਸਿਆ ਗਿਆ ਹੈ ਕਿ ਮਾਤਾ ਇੱਛਰਾਂ ਦੀ ਉਸ ਸਮੇਂ ਦੀ ਜਿਹੜੀ ਦਰਦ ਭਰੀ ਹਾਲਤ ਕਿਹੋ ਜਿਹੀ ਸੀਗੀ, ਜਦੋਂ ਕਰਲਾ ਰਹੀ ਹੈ ਵੀ ਉਹਦੇ ਪੁੱਤਰ ਨੂੰ ਜਿਹੜਾ ਹੈ ਬੇਦੋਸ਼ੇ ਨੂੰ ਹੀ ਸਜ਼ਾ ਦਿੱਤੀ ਜਾ ਰਹੀ ਹੈਗੀ ਆ। ਅਤੇ
ਤੇ ਰਾਜਾ ਜਦੋਂ ਲੂਣਾ ਦੀ ਝੂਠੀ ਤੋਹਮਤ ਪਿੱਛੇ ਲੱਗ ਕੇ ਆਪਣੇ ਪੁੱਤਰ ਪੂਰਨ ਨੂੰ ਮਾਰਨ ਦਾ ਹੁਕਮ ਦੇ ਦਿੰਦਾ ਹੈਗਾ, ਤਾਂ ਫਿਰ ਮਾਤਾ ਇੱਛਰਾਂ ਦੀ ਜਿਹੜੀ ਅਵਸਥਾ ਹੈ ਬਹੁਤ ਮਾੜੀ ਹੈਗੀ ਆ। ਅਤੇ ਆਪਣੇ ਪੁੱਤਰ ਪੂਰਨ ਸੰਬੰਧੀ ਰਾਜੇ ਦੇ ਗੁੱਸੇ ਦੀ ਖਬਰ ਸੁਣ ਕੇ ਮਾਂ ਇੱਛਰਾਂ ਨੇ ਆਪਣੀ ਹਾਲਤ ਬਹੁਤ ਬੁਰੀ ਹੋ ਗਈ ਉਹਦੀ। ਉਸਨੇ ਚੂੜਾ ਭੰਨਿਆ, ਸਾਰੇ ਗਹਿਣੇ ਤੋੜ ਕੇ ਸੁੱਟ ਦਿੱਤੇ ਅਤੇ ਦੌੜਦੀ ਹੋਈ ਆਈ ਅਤੇ ਰਾਜੇ ਸਲਵਾਨ ਨੂੰ ਪੁਕਾਰਦੀ ਹੋਈ ਕਹਿਣ ਲੱਗੀ ਕਿ ਉਸਦੇ ਪੁੱਤਰ ਦੇ ਨਾਲ ਕੀ ਵੈਰ ਹੈ ਜੋ ਉਸਨੂੰ ਮਾਰਨ ਲੱਗਿਆ ਹੈ। ਅੱਗੋਂ ਰਾਜੇ ਨੇ ਗੁੱਸੇ ਵਿੱਚ ਉਸਨੂੰ ਕਿਹਾ ਕਿ ਉਹ ਪੂਰਨ ਦਾ ਪੱਖ ਨਾ ਲਵੇ, ਨਹੀਂ ਤਾਂ ਉਹ ਉਸਨੂੰ ਵੀ ਮਰਵਾ ਦੇਵੇਗਾ, ਕਿਉਂਕਿ ਉਸਨੇ ਇੱਕ ਵੱਧ ਚੱਲਣ ਪੁੱਤਰ ਨੂੰ ਜਨਮ ਦਿੱਤਾ ਹੈ। ਅਜਿਹਾ ਪੁੱਤਰ ਜਿਸ ਨੇ ਜੰਮਦਿਆਂ ਹੀ ਆਪਣੇ ਪਿਤਾ ਨੂੰ ਬਦਨਾਮੀ ਦਵਾਈ ਹੈਗੀ ਆ। ਅਤੇ ਇਹ ਸੁਣ ਕੇ ਪੂਰਨ ਵਿਚਾਰਾ ਬੜਾ ਦੁਖੀ ਹੋਇਆ ਅਤੇ ਉਹ ਆਪਣੇ ਆਪ ਨੂੰ ਕਹਿਣ ਲੱਗਿਆ ਕਿ ਉਹ ਬੇਗੁਨਾਹ ਹੈ, ਉਸਨੂੰ ਗੁਨਾਹਗਾਰ ਬਣਾਇਆ ਜਾ ਰਿਹਾ ਹੈ ਅਤੇ ਉਹ ਆਪਣੀ ਕਿਸਮਤ ਉੱਤੇ ਵੀ ਝੂਰਦਾ ਹੈ ਕਿ ਉਹ ਕਿਹੋ ਜਿਹੇ ਕਰਮ ਲਿਖਾ ਕੇ ਆਇਆ ਸੀਗਾ। ਹੁਣ ਆਪਾਂ ਜਾਣਦੇ ਹਾਂ ਵੀ ਜਨਮ ਤੋਂ ਬਾਅਦ ਵਿਚਾਰਾ ਭੋਰੇ 'ਚ ਪਾ ਦਿੱਤਾ ਜਾਂਦਾ ਅਤੇ ਫਿਰ ਜਿਵੇਂ ਭੋਰੇ 'ਚੋਂ ਨਿਕਲਦਾ ਫਿਰ ਉਹਦੇ ਨਾਲ ਇਹ ਵੱਡਾ ਜਿਹੜਾ ਹੈ ਕਾਂਡ ਵਾਪਰ ਜਾਂਦਾ ਹੈਗਾ। ਰਾਣੀ ਇੱਛਰਾਂ ਨੇ ਰਾਜੇ ਨੂੰ ਕਿਹਾ ਕਿ ਉਹ ਅਕਲ ਤੋਂ ਕੰਮ ਲਵੇ ਅਤੇ ਅੰਬ ਵੱਢ ਕੇ ਅੱਕਾਂ ਨੂੰ ਬਾੜ ਦੇਣ ਦਾ ਕੰਮ ਨਾ ਕਰੇ। ਉਹ ਆਪਣੇ ਹੀ ਪੁੱਤਰ ਨੂੰ ਮਾਰਨ ਦਾ ਹੁਕਮ ਦੇ ਕੇ ਉਹ ਆਪਣੀ ਜੜ ਆਪੇ ਹੀ ਵੱਢਣ ਲੱਗਿਆ ਹੈ। ਅਤੇ ਉਹ ਉਸਦੇ ਰਾਜੇ ਦੇ ਅੰਦਰ ਮਮਤਾ ਦੇ ਭਾਵ ਜਗਾਉਣ ਦੇ ਲਈ ਵੀ ਕਹਿੰਦੀ ਹੈ ਕਿ ਪੂਰਨ ਦੇ ਮਾਰੇ ਜਾਣ 'ਤੇ ਉਸਨੂੰ ਬਾਪ ਕਹਿਣ ਕੇ ਕੌਣ ਬੁਲਾਵੇਗਾ। ਪਰੰਤੂ ਇਹਨਾਂ ਗੱਲਾਂ ਦਾ ਰਾਜੇ ਸਲਵਾਨ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਸਗੋਂ ਉਸਦਾ ਗੁੱਸਾ ਹੋਰ ਵੱਧ ਜਾਂਦਾ ਹੈ ਅਤੇ ਉਹ ਜਲਾਦਾਂ ਨੂੰ ਹੁਕਮ ਦਿੰਦਾ ਹੈ ਕਿ ਪੂਰਨ ਨੂੰ ਬਾਹਰ ਲਿਜਾ ਕੇ ਉਸਨੂੰ ਤੜਫਾ ਕੇ ਉਸਦੇ ਹੱਥ ਵੱਢ ਦੇਣ। ਅਤੇ ਰਾਜੇ ਦਾ ਹੁਕਮ ਹੁੰਦਿਆਂ ਹੀ ਜਲਾਦਾਂ ਨੇ ਪੂਰਨ ਨੂੰ ਫੜ ਲਿਆ। ਇਸ ਦੁੱਖ ਭਰੀ ਖਬਰ ਨੂੰ ਸੁਣ ਕੇ ਸਾਰੇ ਸ਼ਹਿਰ ਦੇ ਵਿੱਚ ਕੰਮਕਾਰ ਬੰਦ ਹੋ ਗਿਆ ਅਤੇ ਰਾਜੇ ਦੇ ਵਜ਼ੀਰ ਦੀਵਾਨ ਵਿੱਚ ਹੈਰਾਨ ਹੋ ਕੇ ਖੜ੍ਹੇ ਸਨ ਅਤੇ ਰਾਣੀ ਇੱਛਰਾਂ ਬੇਹੋਸ਼ ਹੋ ਗਈ ਅਤੇ ਉਸਦੀ ਜਾਨ ਲਵਾਂ 'ਤੇ ਆ ਗਈ। ਇਸ ਤਰ੍ਹਾਂ ਮਤਰੇਈ ਮਾਂ ਲੂਣਾ ਨੇ ਝੂਠੀ ਤੋਹਮਤ ਲਗਾ ਕੇ ਮਾਵਾਂ ਪੁੱਤਰਾਂ ਦੋਹਾਂ ਨੂੰ ਹੀ ਮਰਵਾ ਦਿੱਤਾ। ਅਗਲਾ ਪ੍ਰਸ਼ਨ, ਇੱਛਰਾਂ ਅਤੇ ਸਲਵਾਨ ਦੀ ਵਾਰਤਾਲਾਪ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਕਵਿਤਾ ਦੇ ਵਿੱਚ ਕਾਦਰਯਾਰ ਨੇ ਉਸ ਸਮੇਂ ਦਾ ਵਰਣਨ ਕੀਤਾ ਹੈਗਾ ਕਿ ਜਦੋਂ ਜਿਹੜਾ ਹੈ ਪੂਰਨ ਭਗਤ ਨੂੰ ਰਾਜੇ ਸਲਵਾਨ ਵੱਲੋਂ ਉਸਦੇ ਪਿਤਾ ਰਾਜੇ ਸਲਵਾਨ ਨੇ ਜਿਹੜਾ ਹੈ ਮਾਰਨ ਦਾ ਹੁਕਮ ਦੇ ਦਿੱਤਾ ਸੀਗਾ। ਕਾਰਨ ਸੀਗਾ ਕਿ ਲੂਣਾ ਨੇ ਤੋਹਮਤ ਲਗਾਈ ਸੀ ਉਸ 'ਤੇ ਕਿ ਪੂਰਨ ਜਿਹੜਾ ਹੈ ਮਾਂ ਪੁੱਤਰ ਦੇ ਰਿਸ਼ਤੇ ਦੀ ਮਰਿਆਦਾ ਨੂੰ ਭੁੱਲ ਗਿਆ ਹੈਗਾ। ਅਤੇ ਇਹ ਗੱਲ ਸੁਣ ਕੇ ਰਾਜੇ ਨੂੰ ਗੁੱਸਾ ਆਉਂਦਾ ਹੈਗਾ ਅਤੇ ਜਦੋਂ ਉਹਦੇ ਗੁੱਸੇ ਬਾਰੇ ਪੂਰਨ ਭਗਤ ਦੀ ਮਾਂ ਇੱਛਰਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਬਹੁਤ ਹੀ ਦੁਖੀ ਹੁੰਦੀ ਹੈਗੀ ਆ। ਉਹ ਰਾਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਰਾਜਾ ਹੋਰ ਗੁੱਸੇ ਵਿੱਚ ਆਉਂਦਾ ਹੈ ਅਤੇ ਉਹ ਜਲਾਦਾਂ ਨੂੰ ਹੁਕਮ ਦਿੰਦਾ ਹੈ ਕਿ ਉਸਨੂੰ ਵੱਢ ਕੇ ਮਾਰ ਦੇਣ ਅਤੇ ਇਸ ਤਰ੍ਹਾਂ ਸਹਿਕਾ ਕੇ ਮਾਰਨ ਜਿਵੇਂ ਬੱਕਰੇ ਨੂੰ ਕਸਾਈ ਮਾਰਦਾ ਹੈ। ਅਤੇ ਇਸ ਤਰ੍ਹਾਂ ਉਹ ਮਾਤਾ ਇੱਛਰਾਂ ਦੇ ਤਰਲੇ ਸੁਣ ਕੇ ਵੀ ਉਸਦਾ ਗੁੱਸਾ ਠੰਡਾ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਜਿਹੜੇ ਮਾਂ ਪੁੱਤਰ ਨੇ ਦੋਨੋਂ ਇੱਛਰਾਂ ਅਤੇ ਉਸਦਾ ਪੁੱਤਰ ਪੂਰਨ, ਉਹ ਦੋਨਾਂ ਨੂੰ ਜਿਹੜਾ ਹੈ ਮਰਨ ਕਿਨਾਰੇ ਕਰਨ ਦੀ ਸਕੀਮ ਜੋ ਰਾਣੀ ਲੂਣਾ ਦੀ ਸੀਗੀ ਉਹ ਕਾਮਯਾਬ ਹੋ ਜਾਂਦੀ ਹੈਗੀ ਆ। ਅਗਲਾ ਪ੍ਰਸ਼ਨ, ਇੱਛਰਾਂ ਅਤੇ ਸਲਵਾਨ ਦੀ ਵਾਰਤਾਲਾਪ ਕਵਿਤਾ ਵਿੱਚ ਕਿਹੜੇ ਪਾਤਰਾਂ ਦੀ ਗੱਲਬਾਤ ਹੁੰਦੀ ਹੈ। ਇਸ ਕਵਿਤਾ ਦੇ ਵਿੱਚ ਮਾਤਾ ਇੱਛਰਾਂ, ਰਾਜੇ ਸਲਵਾਨ ਅਤੇ ਪੂਰਨ ਦੀ ਗੱਲਬਾਤ ਹੁੰਦੀ ਹੈਗੀ ਆ। ਅਗਲਾ ਪ੍ਰਸ਼ਨ, ਰਾਣੀ ਇੱਛਰਾਂ ਨੇ ਸਲਵਾਨ ਨੂੰ ਕੀ ਕਿਹਾ। ਰਾਣੀ ਇੱਛਰਾਂ ਨੇ ਸਲਵਾਨ ਨੂੰ ਕਿਹਾ ਕਿ ਉਹ ਲੂਣਾ ਦੀ ਝੂਠੀ ਤੋਹਮਤ ਸੁਣ ਕੇ ਆਪਣੇ ਪੁੱਤਰ ਪੂਰਨ ਨੂੰ ਮਾਰਨ ਦਾ ਹੁਕਮ ਦੇ ਰਿਹਾ ਹੈ ਤਾਂ ਉਹ ਅੰਬਾਂ ਨੂੰ ਵੱਢ ਕੇ ਅੱਕਾਂ ਨੂੰ ਬਾੜ ਦੇ ਰਿਹਾ ਹੈ, ਜੋ ਕਿ ਚੰਗੀ ਗੱਲ ਨਹੀਂ। ਅਤੇ ਉਹ ਆਪਣੇ ਖਾਨਦਾਨ ਦੀ ਜੜ ਆਪੇ ਹੀ ਵੱਢ ਰਿਹਾ ਹੈ ਅਤੇ ਉਸਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਅਤੇ ਜੇਕਰ ਪੂਰਨ ਹੀ ਮਰ ਗਿਆ ਤਾਂ ਫਿਰ ਉਸਨੂੰ ਬਾਪ ਕਹਿ ਕੇ ਕੌਣ ਬੁਲਾਵੇਗਾ। ਅਗਲਾ ਪ੍ਰਸ਼ਨ, ਰਾਜੇ ਸਲਵਾਨ ਨੇ ਪੂਰਨ ਨੂੰ ਕਿਸ ਤਰ੍ਹਾਂ ਮਾਰਨ ਦਾ ਹੁਕਮ ਦਿੱਤਾ। ਰਾਜੇ ਸਲਵਾਨ ਨੇ ਜਲਾਦਾਂ ਨੂੰ ਕਿਹਾ ਕਿ ਉਹ ਉਸਨੂੰ ਬੱਕਰੇ ਵਾਂਗ ਤੜਫਾ ਕੇ ਵੱਢਣ ਅਤੇ ਉਸਦੇ ਖੂਨ ਦਾ ਛੰਨਾ ਭਰ ਲੈਣ ਅਤੇ ਉਸਦੇ ਹੱਥ ਵੀ ਵੱਢ ਦੇਣ। ਇਹ ਤਾਂ ਸੀਗਾ ਇਸ ਭਾਗ ਦੇ ਸਰਲਾਰਥ, ਕੇਂਦਰੀ ਭਾਵ ਅਤੇ ਪ੍ਰਸ਼ਨ ਉੱਤਰ। ਉਮੀਦ ਕਰਦੀ ਹੈਗੀ ਹਾਂ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਣੀ। ਅਤੇ ਜੇਕਰ ਵੀਡੀਓ ਲਾਭਦਾਇਕ ਹੋਈ ਤਾਂ ਕਮੈਂਟ ਅਤੇ ਲਾਈਕ ਕਰਨਾ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਇਸ ਚੈਨਲ 'ਤੇ ਨਵੇਂ ਹੈਗੇ ਹੋ ਤਾਂ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ। ਅਤੇ ਜੇਕਰ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਈ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਚੈਨਲ ਦਾ ਮਾਣ ਵਧਾਉਣਾ। ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ 'ਤੇ।